ਅਗਲੀ ਖਬਰ ਵੱਲ ਚਲੀਏ। ਜੋ ਫਾਰਮਰਸ ਆ, ਉਹ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਜੋ ਮੁਲਕ ਹੈਗੇ ਆ, ਉਹਨਾਂ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਵੀਕਐਂਡ ਦੇ ਦੌਰਾਨ ਜੋ ਫਰਾਂਸ ਹੈਗਾ, ਉੱਥੇ ਇੱਕ ਐਗਰੀਕਲਚਰ ਦਾ ਫੈਸਟੀਵਲ ਲੱਗਾ ਹੋਇਆ ਸੀ, ਤੇ ਜਿੱਥੇ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਵੀ ਗਏ, ਤੇ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਉੱਥੇ ਵਿਰੋਧ ਵੀ ਹੋਇਆ। ਕਿਸੇ ਤਰ੍ਹਾਂ ਦੀ ਜਿਹੜੀ ਕਿਸੇ ਦੇ ਸੱਟ ਚੋਟ ਦੀ ਜਿਹੜੀ ਖਬਰ ਨਹੀਂ ਆਈ। ਹਾਲਾਂਕਿ ਪੂਰਾ ਜਿਹੜਾ ਪੈਰਿਸ ਆ ਉਸ ਨੂੰ ਟਰੈਕਟਰਾਂ ਨੇ ਘੇਰਿਆ ਹੋਇਆ ਸੀ। ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਐਗਰੀਕਲਚਰ ਮਿਨਿਸਟਰ ਆ, ਉਹ ਅੱਜ ਮੀਟਿੰਗ ਕਰਨ ਜਾ ਰਹੇ ਆ, ਕਿਉਂਕਿ ਪੂਰੇ ਯੂਰਪ ਦੇ ਵਿੱਚ ਜਿਹੜਾ ਇਹ ਪ੍ਰੋਟੈਸਟ ਚੱਲ ਰਿਹਾ ਹੈਗਾ। ਕੱਲੇ ਮੁਲਕ ਦੇ ਵਿੱਚ ਜੋ ਪ੍ਰੋਟੈਸਟ ਚੱਲ ਰਿਹਾ, ਕਾਰਨ ਕੀ ਆ ਵੀ ਕਲਾਈਮੇਟ ਚੇਂਜ ਨੂੰ ਲੈ ਕੇ, ਸਬਸਿਡੀਜ਼ ਨੂੰ ਲੈ ਕੇ, ਡੀਜ਼ਲ ਫਿਊਲ ਨੂੰ ਲੈ ਕੇ, ਹੋਰ ਜਿਹੜੇ ਕੈਮੀਕਲਸ ਜਾਂ ਜਿਹੜੀਆਂ ਸਪਰੇਆਂ ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਨੂੰ ਲੈ ਕੇ ਇਹ ਜੋ ਯੂਰਪੀਅਨ ਯੂਨੀਅਨ ਦੇ ਮੁਲਕਾਂ ਦੇ ਜੋ ਕਿਸਾਨ ਆ, ਉਹ ਇਹ ਕਹਿ ਰਹੇ ਆ ਵੀ ਸਾਡੇ ਤੇ ਰੈਗੂਲੇਸ਼ਨਸ ਬਹੁਤ ਜ਼ਿਆਦਾ ਲਾਈਆਂ ਜਾ ਰਹੀਆਂ, ਉਹਨਾਂ ਨੂੰ ਇਹ ਘਟਾਉਣਾ ਚਾਹੀਦਾ ਹੈਗਾ। ਉਰਸੂਲਾ ਬੌਂਡਰ ਲੇਅਨ ਪ੍ਰੈਜ਼ੀਡੈਂਟ ਆ ਯੂਰਪੀਅਨ ਕਮਿਸ਼ਨ ਦੇ, ਤੇ ਉਹਨਾਂ ਦੀ ਐਗਜ਼ੀਕਿਊਟਿਵ ਬ੍ਰਾਂਚ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਕਈ ਜਿਹੜੇ ਪ੍ਰਪੋਜ਼ਲਸ ਆ, ਖਾਸ ਕਰਕੇ ਪੈਸਟੀਸਾਈਡਸ ਨੂੰ ਲੈ ਕੇ, ਉਹਨਾਂ ਚੋਂ ਅੱਧੇ ਕੁ ਜੋ ਆ ਉਹ ਘਟਾਉਣ ਜਾ ਰਹੇ ਹੈਗੇ ਆ। ਕਹਿੰਦੇ ਵੀ ਜਿਹੜੀ ਜ਼ਮੀਨ ਆ ਉਹ ਘਟਦੀ ਜਾ ਰਹੀ ਆ, ਪਰ ਪ੍ਰੋਡਕਸ਼ਨ ਜਿਹੜੀ ਆ ਉਹ ਵੱਧਦੀ ਜਾ ਰਹੀ, ਕਿਉਂਕਿ ਬਹੁਤ ਸਾਰੇ ਮੁਲਕਾਂ 'ਚ ਆਪਾਂ ਦੇਖਦੇ ਹੀ ਆ ਕਿਸ ਹਿਸਾਬ ਦੇ ਨਾਲ ਕੰਸਟਰਕਸ਼ਨ ਚੱਲਦੀ ਆ, ਘਰ ਵੱਧ ਰਹੇ ਹੈਗੇ ਆ, ਪਰ ਜਿਹੜੀ ਜ਼ਮੀਨ ਆ ਉਹ ਘਟਦੀ ਜਾ ਰਹੀ ਆ। ਇਸੇ ਤਰ੍ਹਾਂ ਜਿਹੜੇ ਕਿਸਾਨ ਆ, ਉਹ ਵੀ ਘਟਦੇ ਜਾ ਰਹੇ। ਕਹਿੰਦੇ ਫਿਊਰ ਫਾਰਮਰਸ ਸੇਮ ਪ੍ਰੋਡਕਸ਼ਨ, ਫਾਰਮਰ ਘਟਦੇ ਜਾ ਰਹੇ ਆ, ਪ੍ਰੋਡਕਸ਼ਨ ਜਿਹੜੀ ਆ ਸੇਮ ਹੈਗੀ ਆ। ਯੂਰਪੀਅਨ ਐਗਰੀਕਲਚਰ ਦੇ ਵਿੱਚ ਜੋ ਫਾਰਮਸ ਆ ਉਹ ਲਗਾਤਾਰ ਘਟਦੇ ਗਏ ਆ। ਕਹਿੰਦੇ ਪਈ 3rd to 2.9 ਮਿਲੀਅਨ 2005 ਤੋਂ ਲੈ ਕੇ ਹੁਣ ਤਾਈਂ, ਤੇ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਐਗਰੀਕਲਚਰ ਵਰਕਰ ਜਰਮਨੀ ਦੇ ਵਿੱਚ ਐਵਰੇਜ ਇਨਕਮ ਉਹਨਾਂ ਦੀ 46,650 ਆ 2022 ਦੇ ਵਿੱਚ, ਇੱਕ ਐਗਰੀਕਲਚਰ ਵਰਕਰ ਦੀ। ਜੇ ਇਹਨੂੰ ਤੁਸੀਂ ਆਪਣੇ ਪੰਜਾਬ ਨਾਲ ਜਾਂ ਹੋਰ ਇੰਡੀਆ ਦੇ ਜਿਹੜੀਆਂ ਸਟੇਟਸ ਆ ਉਹਨਾਂ ਦੇ ਨਾਲ ਕੰਪੇਅਰ ਕਰਕੇ ਦੇਖ ਲਓ ਵੀ ਕਿੰਨੀ ਕੁ ਜਿਹੜੀ ਆ ਉਹਨਾਂ ਦੀ ਇਨਕਮ ਹੈਗੀ ਆ। ਜੋ ਫਾਰਮਰ ਸਪੇਨ ਜਾਂ ਰੋਮਾਨੀਆ ਦੇ ਵਿੱਚ ਹੈਗੇ, ਉਹਨਾਂ ਦੀ ਹੋਰ ਵੀ ਕਿਤੇ ਘੱਟ ਹੈਗੀ ਆ। ਨੀਦਰਲੈਂਡ ਦੇ ਜਿਹੜੇ ਫਾਰਮਰਸ ਆ, ਉਹਨਾਂ ਦੀ ਇਨਕਮ ਜਿਹੜੀ ਆ ਉਹ ਕਾਫੀ ਜ਼ਿਆਦਾ ਹੈਗੀ ਆ ਯੂਰਪੀਅਨ ਯੂਨੀਅਨ ਦੇ ਜੋ ਮੁਲਕ ਆ ਉਹਨਾਂ ਦੇ ਮੁਤਾਬਕ ਦੇਖਿਆ ਜਾਵੇ। ਸੋ ਉਹ ਕਹਿੰਦੇ ਆ ਵੀ ਸਾਨੂੰ ਸਬਸਿਡੀਜ਼ ਮਿਲਣੀਆਂ ਚਾਹੀਦੀਆਂ, ਤਾਂ ਕਿ ਜੋ ਫੂਡ ਦੀਆਂ ਪ੍ਰਾਈਸਿਸ ਆ ਯੂਰਪੀਅਨ ਯੂਨੀਅਨ ਦੇ ਮੁਲਕਾਂ 'ਚ ਉਹ ਰਿਲੇਟਿਵਲੀ ਲੋ ਰਹਿਣ ਤੇ ਸਟੇਬਲ ਰਹਿਣ, ਘੱਟ ਰਹਿਣ ਤੇ ਸਟੇਬਲ ਰਹਿਣ। ਤੇ ਜੇ ਫਾਰਮਰਸ ਦੀ ਜਿਹੜੀ ਐਕਚੁਅਲ ਪ੍ਰੋਡਕਸ਼ਨ ਕਾਸਟ ਆ ਉਹ ਕਸਟਮਰ ਤੱਕ ਜਾਊਗੀ ਵਿਦਆਊਟ ਸਬਸਿਡੀ, ਤਾਂ ਜੋ ਜਿਹੜੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਉੱਪਰ ਚੱਲ ਜਾਣਗੀਆਂ। ਇਹ ਜਿਹੜੀ ਇਹ ਗੱਲ ਆ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਅੱਜ, ਇਹ ਇੱਕ ਬਹੁਤ ਵੱਡੀ ਰਿਪੋਰਟ ਵੀ ਆਈ ਹੈਗੀ ਆ। ਉਹਦੇ ਸੰਬੰਧ ਦੇ ਵਿੱਚ CNN ਨੇ ਵੀ ਕੀਤੀ, ਬਹੁਤ ਸਾਰੇ ਨਿਊਜ਼ਪੇਪਰਸ ਨੇ ਕੀਤੀ ਆ। ਜੋ ਇੰਡੀਆ ਦੇ ਲੋਕ ਆ ਉਹ ਇਹ ਨਹੀਂ ਸਮਝ ਰਹੇ ਹੈਗੇ ਵੀ ਭਾਈ ਜੇ ਕੱਲ ਨੂੰ ਤੁਹਾਡੀਆਂ ਜਿਹੜੀਆਂ ਸਮਾਨ ਹੈਗਾ, ਜਿਹੜਾ ਫੂਡ ਆ, ਕਣਕ ਆ, ਮੱਕੀ, ਜੋ ਵੀ ਆਪਾਂ ਖਾਂਦੇ ਹੈਗੇ ਆ, ਉਹਦੀਆਂ ਕੀਮਤਾਂ ਕਿਤੇ ਚੱਲ ਗਈਆਂ ਉੱਪਰ, ਤੇ ਆਮ ਲੋਕਾਂ ਦਾ ਜਿਹੜਾ ਆ ਉਹ ਕੀ ਹਾਲ ਹੋਊਗਾ। ਪਰ ਉੱਥੇ ਦੀ ਜਿਹੜੀ ਜ਼ਾਲਮ ਪੁਲਿਸ ਆ ਉਹਦੇ ਆਪਾਂ ਦੇਖੇ ਹੀ ਆ ਕਿੱਦਾਂ ਦੇ ਲੱਛਣ ਆ, ਕਿੱਦਾਂ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ ਹੈਗਾ, ਕਿੱਦਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜ਼ਾਲਮ ਸ਼ਰੇਆਮ, ਏਦਾਂ ਦੀ ਜ਼ਾਲਮ ਪੁਲਿਸ ਦੁਨੀਆ ਦੇ ਕਿਸੇ ਵੀ ਮੁਲਕ 'ਚ ਨਹੀਂ ਹੈਗੀ। ਹੁਣ ਤੁਹਾਡੇ ਨਾਲ ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਆਪਾਂ ਇਹ ਖਬਰਾਂ ਸਾਂਝੀਆਂ ਕਰ ਰਹੇ ਹਾਂ ਯੂਰਪੀਅਨ ਯੂਨੀਅਨ ਦੇ ਕੱਲੇ ਮੁਲਕ ਦੀਆਂ, ਵੀ ਕਿੱਥੇ ਕਿੱਥੇ ਪ੍ਰੋਟੈਸਟ ਹੋ ਰਿਹਾ, ਕਿਤੇ ਦੇਖਿਆ? ਹਾਲਾਂਕਿ ਕਈ ਮੁਲਕਾਂ ਦੇ ਵਿੱਚ ਤਾਂ ਉਹਨੀ ਗਾਰੇ ਭਰ ਕੇ ਜਿਹੜੇ ਆਪਣੇ ਟੈਂਕਰਾਂ ਦੇ ਵਿੱਚ ਗਵਰਨਮੈਂਟ ਬਿਲਡਿੰਗ ਦੇ ਸਾਹਮਣੇ ਵੀ ਰੱਖਿਆ। 900 ਟਰੈਕਟਰਾਂ ਨੇ ਜਾਮ ਕੀਤਾ ਸੀ ਬੈਲਜੀਅਮ ਦਾ ਜਿਹੜਾ ਬਰਸਲ ਕੈਪੀਟਲ ਹੈਗੀ ਆ। ਬੋਤਲਾਂ ਵੀ ਸੁੱਟੀਆਂ ਤੇ ਆਂਡੇ ਵੀ ਸਿੱਟੇ ਉਹਨਾਂ ਨੇ ਜਿਹੜੇ ਉੱਥੇ। ਸੋ ਉਹਨਾਂ ਨੇ ਵਾਟਰ ਕੈਨਨ ਦੀ ਵਰਤੋਂ ਜਿਹੜੀ ਉੱਥੇ ਰਾਈਟ ਪੁਲਿਸ ਬੈਲਜੀਅਮ ਦੇ ਵਿੱਚ ਉਹਨਾਂ ਨੇ ਉੱਥੇ ਕੀਤੀ ਸੀ। 27 ਮੁਲਕ ਯੂਰਪੀਅਨ ਸੰਘ ਦੇ ਵਿੱਚ ਆ। ਉਹਨਾਂ ਦੀ ਜਿਹੜੀ ਗ੍ਰੀਨ ਡੀਲ ਦੀ ਇੱਕ ਜਿਹੜੀ ਬਣਾਈ ਸੀਗੀ, ਉਹਦੇ ਨਾਲ ਕਾਫੀ ਜ਼ਿਆਦਾ ਫਾਰਮਰਸ ਆ ਉਸ ਦਾ ਵਿਰੋਧਤਾ ਜਿਹੜੀ ਉਹ ਜਤਾ ਰਹੇ ਆ ਵੀ ਇਹ ਜਿਹੜਾ 2040 ਵਾਲਾ ਕਲਾਈਮੇਟ ਰੋਡ ਮੈਪ ਆ ਉਹ ਸਾਡੇ ਲਈ ਸਾਰਥਕ ਨਹੀਂ ਆ। ਹਾਲਾਤ ਜਿਹੜੇ ਉਹ ਮਾਰੇ ਆ। ਪੋਲੈਂਡ ਵਾਲੇ ਜਿਹੜੇ ਕਿਸਾਨ ਆ
ਉਹ ਇਸ ਲਈ ਲੜ ਰਹੇ ਆ, ਉਹ ਇਸ ਲਈ ਮੋਹਰੇ ਆਏ ਆ ਕਿਉਂਕਿ ਯੂਕਰੇਨ ਜਿਹਦੇ ਉੱਤੇ ਹਮਲਾ ਹੋਇਆ ਆ, ਉੱਥੋਂ ਦਾ ਜਿਹੜਾ ਅਨਾਜ ਆ ਪੋਲੈਂਡ ਦੇ ਵਿੱਚ ਆ ਰਿਹਾ, ਤੇ ਪੋਲੈਂਡ ਵਾਲੇ ਅਨਾਜ ਨੂੰ ਕੋਈ ਪੁੱਛਦਾ ਨਹੀਂ। ਉਹ ਕਿਸਾਨ ਇਸ ਲਈ ਆ ਵੀ ਭਾਈ ਤੁਸੀਂ ਚੀਪ ਇੰਪੋਰਟ ਲੈ ਰਹੇ ਆ ਨਾਨ EU ਯੂਕਰੇਨ ਤੋਂ, ਤੇ ਉਹਦੇ ਕਰਕੇ ਉਹਨਾਂ ਨੇ ਜਿਹੜਾ A2 ਹਾਈਵੇ ਆ ਉਹ ਬੰਦ ਜਿਹੜਾ ਉਹ ਕੀਤਾ ਸੀ। ਜਰਮਨ ਦੇ ਐਗਰੀਕਲਚਰ ਮਿਨਿਸਟਰ ਜਿਹੜੇ ਆ ਉਹ ਕਹਿ ਰਹੇ ਆ EU ਨੂੰ ਵੀ ਭਾਈ ਉਹ ਮੇਕ ਸ਼ੋਰ ਕਰੋ ਵੀ ਜਿਹੜੇ ਕਿਸਾਨ ਆ ਉਹ ਵਧੀਆ ਮਨੀ ਆ ਉਹ ਉਹਨਾਂ ਦੀ ਬਣਦੀ ਰਵੇ, ਉਹਨਾਂ ਨੂੰ ਰਾਸ਼ੀ ਜਿਹੜੀ ਉਹ ਸਹੀ ਮਿਲਦੀ ਰਵੇ, ਤੇ ਨਾਲ ਦੇ ਨਾਲ ਜਿਹੜੀ ਬਾਇਓਡਾਇਵਰਸਿਟੀ ਗ੍ਰੀਨ ਮੈਜਰ ਦੀ ਗੱਲਾਂ ਕਰਦੇ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਸਕਣ। ਸੋ ਕਹਿੰਦੇ ਵੀ ਇੱਕ ਕਿਸਾਨ ਨੂੰ ਆਪਣਾ ਕੁਆਟਰ ਆਫ ਟਾਈਮ, ਜੇ 100 ਚੋਂ ਕਹਿ ਲਓ 100 ਘੰਟੇ ਆ ਤੇ 25 ਘੰਟੇ ਡੈਸਕ ਦੇ ਉੱਤੇ ਕੱਢਣੇ ਪੈ ਰਹੇ ਆ ਇਹ ਕਾਗਜ਼ ਪੱਤਰ ਜਿਹੜੇ ਆ ਹੋਰ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਲਈ, ਤੇ ਇਹ ਕੰਮ ਜਿਹੜਾ ਓਵਰਆਲ ਖਰਾਬ ਚੱਲ ਰਿਹਾ। ਸੋ ਸਾਰੇ ਦੇ ਸਾਰੇ ਇਹਨਾਂ ਮੁਲਕਾਂ ਦੇ ਵਿੱਚ ਆਪੋ ਆਪਣੇ ਮੰਤਰੀਆਂ ਦੇ ਉੱਤੇ, ਆਪੋ ਆਪਣੀਆਂ ਸਰਕਾਰਾਂ ਦੇ ਉੱਤੇ ਦਬਾਅ ਪਾ ਰਹੇ ਆ ਵੀ ਕੀ ਜਿਹੜਾ ਆ ਉਹ ਹੋ ਰਿਹਾ। ਯੂਰਪੀਅਨ ਸੰਘ ਦੇ ਹੈੱਡਕੁਆਟਰ ਦੇ ਬਾਹਰ ਵੀ ਕਿਸਾਨਾਂ ਦੇ ਦੁਆਰਾ ਜਿਹੜੀ ਉਹ ਰੈਲੀ ਕੀਤੀ ਗਈ ਆ। ਇਸੇ ਤਰੀਕੇ ਨਾਲ ਮੈਡਰਿਡ ਦੇ ਵਿੱਚ ਤੇ ਪੋਲੈਂਡ ਦੇ ਵਿੱਚ ਵੀ ਇਸ ਟਾਈਮ ਜਿਹੜੇ ਪ੍ਰੋਟੈਸਟ ਆ, ਰੋਡ ਬਲੌਕੇਜ ਜਿਹੜੇ ਉਹ ਚੱਲ ਰਹੇ ਆ। ਪਰ ਹਰਜੋਤ ਸਿੰਘ ਜਿੱਦਾਂ ਤੁਸੀਂ ਜ਼ਿਕਰ ਕੀਤਾ, ਪਰ ਸਭ ਤੋਂ ਜ਼ਿਆਦਾ ਜਿਹੜਾ ਅਤਿਆਚਾਰ ਆ ਉਹ ਇਸ ਟਾਈਮ ਭਾਰਤ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਇਸ ਟਾਈਮ ਕਹਿ ਸਕਦੇ ਆ ਵੀ ਉਹ ਹੋ ਰਿਹਾ ਹੈਗਾ ਆ। ਜਿਸ ਤਰੀਕੇ ਦੇ ਨਾਲ ਉੱਥੇ ਮੁੰਡੇ ਨੂੰ ਉਹਨਾਂ ਨੇ ਕਤਲ ਕੀਤਾ, ਕਿੰਨਿਆਂ ਨੂੰ ਕੁੱਟਮਾਰ ਜਿਹੜੀ ਉਹ ਕੀਤੀ, ਕਿੰਨੀਆਂ ਤਸਵੀਰਾਂ, ਕਿੰਨੀਆਂ ਵੀਡੀਓਜ਼ ਜਿਹੜੀਆਂ ਆ ਉਹ ਆਪਣੇ ਸਾਹਮਣੇ ਆ। ਗੋਲੀਆਂ ਚਲਾਉਂਦਿਆਂ ਦੀਆਂ, ਰਾਈਫਲ ਦੇ ਨਾਲ ਗੋਲੀਆਂ ਚਲਾਉਂਦਿਆਂ ਦੀਆਂ ਸਾਫ਼ ਜਿਹੜੀਆਂ ਤਸਵੀਰਾਂ ਆ ਉਹ ਨਜ਼ਰ ਆ ਰਹੀਆਂ, ਕਿਸ ਤਰੀਕੇ ਦੇ ਨਾਲ ਉੱਥੇ ਇਹ ਸਾਰਾ ਕੁਛ ਹੋ ਰਿਹਾ ਹੈਗਾ ਆ। ਸੋ ਹਾਲਾਤ ਕਿਸਾਨਾਂ ਦੇ ਓਵਰਆਲ ਦੁਨੀਆ ਭਰ ਦੇ ਵਿੱਚ ਮਾੜੇ ਆ, ਤੇ ਉਹਨਾਂ ਦੇ ਵਿੱਚੋਂ ਜੇ ਕਿਸਾਨਾਂ ਚੋਂ ਦੇਖੀਏ ਤਾਂ ਪ੍ਰੋਟੈਸਟ ਕਰਨ ਦੀ ਵੀ ਇਜਾਜ਼ਤ ਨਹੀਂ ਮਿਲ ਰਹੀ ਇਸ ਟਾਈਮ ਪੰਜਾਬ ਦੇ, ਭਾਰਤ ਦੇ ਕਿਸਾਨਾਂ ਨੂੰ। ਜੀ, ਸੋ ਇਸ ਸੰਬੰਧ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਵੱਡਾ ਪੰਥਕ ਜਥੇਬੰਦੀਆਂ ਦਾ, ਗੁਰੂ ਘਰਾਂ ਦੇ ਜਿਹੜੇ ਪ੍ਰਬੰਧਕ ਉਹਨਾਂ ਦਾ ਇਕੱਠ ਹੋਇਆ ਸੀ। ਤੁਸੀਂ ਸਪੈਸ਼ਲ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਗਦਰੀ ਬਾਬਿਆਂ ਦੇ ਇਸ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਆਪ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਕਿਸਾਨੀ ਸੰਘਰਸ਼, ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਦੇਸ਼ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਤੇ ਹਿੰਦੁਸਤਾਨ ਦੇ ਬਾਰਡਰਾਂ ਦੇ ਉੱਤੇ ਜਾ ਕੇ ਉਹ ਬੈਠਾ ਹੈ, ਉਸ ਦੇ ਨਿਮਿਤ ਅੱਜ ਅਲੱਗ-ਅਲੱਗ ਗੁਰੂ ਘਰ, ਬੇਰੀਏ ਦੇ ਸਾਰੇ ਗੁਰਦੁਆਰਾ ਸਾਹਿਬਾਨ, ਪੰਥਕ ਜਥੇਬੰਦੀਆਂ, ਸਿਲਮਾ ਤੋਂ ਲੈ ਕੇ ਐਲਏ ਤੋਂ ਲੈ ਕੇ ਦਰਪੋਰਟਲੈਂਡ ਤੱਕ ਸਾਰੇ ਗੁਰੂ ਘਰਾਂ ਨੇ ਇਕੱਠ ਕੀਤਾ ਹੈ। ਤੇ ਅੱਜ ਜੋ ਸੈਮੀਨਾਰ ਹੋਇਆ ਹੈ ਉਸ ਦੇ ਵਿੱਚ ਵਿਚਾਰਾਂ ਸਾਂਝੀਆਂ ਹੋਈਆਂ ਹਨ। ਅਸੀਂ ਹਿੰਦੁਸਤਾਨ ਦੀ ਉਸ ਜ਼ਾਲਮ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸ਼ਹੀਦਾਂ ਦਾ ਉਹ ਸਥਾਨ ਹੈ ਜਿਨ੍ਹਾਂ ਨੇ ਸਾਨੂੰ ਅੰਗਰੇਜ਼ਾਂ ਦੇ ਕੋਲੋਂ ਰਾਜ ਦਿਵਾਇਆ ਸੀ, ਦੇਸ਼ ਪੰਜਾਬ ਆਜ਼ਾਦ ਕਰਾਇਆ ਸੀ। ਅੱਜ ਮੁੜ ਸਾਡੇ ਨਾਲ ਉਹ ਵਤੀਰਾ ਨਾ ਕੀਤਾ ਜਾਵੇ ਤੇ ਸਾਡੇ ਕਿਸਾਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ। ਇਸ ਕਰਕੇ ਅਸੀਂ ਸਮੂਹ ਜਥੇਬੰਦੀਆਂ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਰੋਸ ਦੇ ਵਜੋਂ ਇੱਕ ਰੋਸ ਮੁਜ਼ਾਹਰਾ 9 ਤਰੀਕ ਨੂੰ 9 ਮਾਰਚ ਵਾਲੇ ਦਿਨ ਜੋ ਓਕਲੈਂਡ ਹਾਰਬਰ ਤੋਂ ਸ਼ੁਰੂ ਹੋ ਕੇ ਸਾਨ ਫਰਾਂਸਿਸਕੋ ਜੋ ਭਾਰਤ ਦੀ ਐਮਬੈਸੀ ਹੈ ਉਸ ਦੇ ਮੂਹਰੇ ਜਾਵੇਗਾ। ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਗੁਰੂ ਘਰਾਂ ਨੂੰ, ਸਾਰੀਆਂ ਪੰਥਕ ਜਥੇਬੰਦੀਆਂ ਨੂੰ ਕਿ ਉਸ ਵਿੱਚ ਪਹੁੰਚੋ। ਜਿਸ ਤਰੀਕੇ ਨਾਲ ਆਪ ਜੀਆਂ ਨੇ ਰਲ ਮਿਲ ਕੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ 28 ਜਨਵਰੀ ਨੂੰ ਸਾਨ ਫਰਾਂਸਿਸਕੋ ਪਹੁੰਚ ਕੇ ਵੋਟਾਂ ਪਾਈਆਂ ਸਨ, ਉਸੇ ਤਰੀਕੇ ਨਾਲ ਹੁਣ 31 ਮਾਰਚ ਨੂੰ ਦੂਜਾ ਦੌਰ ਉਹਨਾਂ ਵੋਟਾਂ ਦਾ ਆ ਰਿਹਾ ਹੈ, ਉਸ ਦੇ ਵਿੱਚ ਵੀ ਵੱਧ ਚੜ ਕੇ ਪਹੁੰਚਣਾ ਹੈ ਤੇ ਇਸ ਰੋਸ ਮੁਜ਼ਾਹਰੇ ਦੇ ਵਿੱਚ ਪਹੁੰਚ ਕੇ ਇਹ ਆਪਣਾ ਜੋ ਰੋਸ ਹੈ ਉਸ ਨੂੰ ਦਰਜ ਕਰਵਾਓ ਕਿ ਸਾਡੇ ਵੀਰਾਂ ਦੇ ਨਾਲ, ਸਾਡੇ ਪਰਿਵਾਰਾਂ ਦੇ ਨਾਲ ਜੋ ਧੱਕਾ ਹੋ ਰਿਹਾ ਹੈ, ਅਸੀਂ ਉਸ ਬੇਇਨਸਾਫੀ ਦੇ ਖਿਲਾਫ ਖੜੇ ਹਾਂ ਤੇ ਹਮੇਸ਼ਾ ਖੜਦੇ ਰਵਾਂਗੇ, ਹਮੇਸ਼ਾ ਲੜਦੇ ਰਵਾਂਗੇ। ਸਾਡੇ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤੇ ਜਿਨ੍ਹਾਂ ਬੇਕਸੂਰਾਂ ਨੂੰ NSA ਲਾ ਕੇ ਤੁਸੀਂ ਜੇਲ੍ਹਾਂ ਦੇ ਵਿੱਚ ਡੱਕਿਆ ਹੈ, ਉਹਨਾਂ ਦੀ ਰਿਹਾਈ ਵਾਸਤੇ ਵੀ ਉਸ ਮੋਰਚੇ ਦੇ ਵਿੱਚ ਆਪਾਂ ਗੱਲ ਕਰਾਂਗੇ। ਆਓ ਸਾਰੇ ਜਾਣੇ ਰਲ ਮਿਲ ਕੇ ਕਿਸਾਨਾਂ ਲਈ ਤੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਖਾਲਿਸਤਾਨ ਜੋ ਸਾਡਾ ਕੌਮੀ ਘਰ ਹੈ ਉਸ ਦੀ ਪ੍ਰਾਪਤੀ ਵਾਸਤੇ 9 ਮਾਰਚ ਵਾਲੇ ਦਿਨ ਰੋਸ ਮੁਜ਼ਾਹਰੇ ਦੇ ਵਿੱਚ ਪਹੁੰਚ ਕੇ ਆਪਣੇ ਆਪ ਦਾ ਸਬੂਤ ਦਿਓ ਕਿ ਵਾਕਿਆ ਹੀ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਦਸਤਾਰਾਂ ਸਜਾ ਕੇ ਇਹਨਾਂ ਕੰਟਰੀਆਂ ਦੇ ਵਿੱਚ ਜੀਣ ਦੇ ਜੋਗੇ ਹੋਏ ਹਾਂ, ਅਸੀਂ ਅੱਜ ਵੀ ਉਹਨਾਂ ਦੀ ਸੋਚ ਨੂੰ ਸਮਰਪਿਤ ਹਾਂ। ਇਸ ਰੋਸ ਮੁਜ਼ਾਹਰੇ ਦੇ ਵਿੱਚ ਪਹੁੰਚੋ। 9 ਮਾਰਚ ਵਾਲੇ ਦਿਨ ਓਕਲੈਂਡ ਹਾਰਬਰ ਤੋਂ ਸ਼ੁਰੂ ਹੋ ਕੇ ਸਾਨ ਫਰਾਂਸਿਸਕੋ ਧਰਤੀ ਦੇ ਉੱਤੇ ਜਾਵੇਗਾ।
ਆਪ ਸਾਰੀਆਂ ਜਥੇਬੰਦੀਆਂ ਨੂੰ ਤੇ ਸਾਰੇ ਗੁਰੂ ਘਰਾਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੇ ਵਿੱਚ ਸਾਰਿਆਂ ਨੇ ਇਹ ਕਿਹਾ ਵੀ ਜਿੰਨੇ ਵੀ ਕਿਸਾਨ ਦੇ ਸੱਟਾਂ ਲੱਗੀਆਂ, ਚੋਟਾਂ ਲੱਗੀਆਂ, ਉਹਨਾਂ ਦੀ ਮਾਲੀ ਮਦਦ ਦਿੱਤੀ ਜਾਊਗੀ ਤੇ ਨਾਲ ਦੀ ਨਾਲ ਜੋ ਸਿੰਘ ਆਪਣਾ ਨੌਜਵਾਨ ਸ਼ਹੀਦ ਹੋਇਆ ਉਸ ਦੀ ਪਰਿਵਾਰਕ ਮਦਦ ਤੇ ਜਿਨ੍ਹਾਂ ਦਾ ਟਰੈਕਟਰ ਟਰਾਲੀਆਂ ਭੰਨ ਕੇ ਨੁਕਸਾਨ ਕੀਤਾ ਗਿਆ ਉਹਨਾਂ ਦੀ ਵੀ ਹੈਲਪ ਕੀਤੀ ਜਾਊਗੀ। ਤੇ ਇਸ ਸੰਬੰਧ ਦੇ ਵਿੱਚ ਮਾਰਚ 9 ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਪ੍ਰੋਟੈਸਟ ਹੋਣ ਜਾ ਰਿਹਾ ਹੈ ਫਾਰਮਰਸ ਦਾ, ਫਾਰਮਰਸ ਦੇ ਹੱਕ ਦੇ ਲਈ। ਇਹ ਸਟਾਰਟ ਹੋਊਗਾ ਹਾਰਬਰ ਸ਼ੋਰ ਲਿੰਕ ਪਾਰਕ 2777 ਮਿਡਲ ਹਾਰਬਰ ਰੋਡ ਓਕਲੈਂਡ ਤੋਂ ਤੇ ਖਤਮ ਹੋਊਗਾ ਜੋ ਕੌਂਸਲੇਟ ਜਨਰਲ ਆਫ ਇੰਡੀਆ ਹੈਗਾ 540 ਆਰਗੁਏਲੋ ਬੁਲੇਵਾਰਡ ਸੈਨ ਫਰਾਂਸਿਸਕੋ 'ਚ। ਇਹ 11 ਵਜੇ ਸਟਾਰਟ ਹੋਣਾ ਹੈ ਮਾਰਚ 9 ਨੂੰ। ਸਮੂਹ ਈਸਟ ਕੋਸਟ ਕਮੇਟੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਹੜੀ ਵਾਸ਼ਿੰਗਟਨ ਡੀਸੀ ਵਿਖੇ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਜਾਂਦੀ ਆ, ਉਹ ਇਸ ਸਾਲ 6 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਕੱਢੀ ਜਾਵੇਗੀ। ਸਮੂਹ ਸੰਗਤਾਂ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ ਉਸ ਪਰੇਡ ਵਿੱਚ ਪਹੁੰਚ ਕੇ ਆਪਣੀਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਤਾਂ ਕਿ ਜੋ ਵਾਸ਼ਿੰਗਟਨ ਰਾਜਧਾਨੀ ਆ ਸਾਡੀ ਆਪਣੇ USA ਦੀ, ਉਹਦੇ ਵਿੱਚ ਅਸੀਂ ਆਪਣੇ ਇਲੈਕਟਡ ਵਿਜ਼ਨ ਦਿਖਾਈਏ ਕਿ ਸਿੱਖਾਂ ਦੀ ਕਿੰਨੀ ਆਪਣੀ ਸਟਰੈਂਥ ਆ ਤੇ ਅਸੀਂ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਸੰਬੰਧ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਤੁਹਾਡੇ ਨਾਲ ਜੋ ਸਾਂਝ ਪਾਉਂਦੇ ਰਹਾਂਗੇ। ਸੋ ਇਹ ਜੋ ਆ ਉੱਥੇ ਸਾਰਿਆਂ ਨੇ ਰਲ ਕੇ ਜੋ ਡਿਸੀਜਨ ਲਿਆ ਹੈ।